ਕਿੱਦਾਂ ਵੀ ਹੈਲੋ ਬਈ ਜੈ ਗੁਰਦੇਵ ਨਮਸਕਾਰ ਸਾਰਿਆਂ ਨੂੰ। ਚਲੋ ਅੱਜ ਦੀ ਗੱਲ ਆਪਾਂ ਜਿਹੜੀ ਮੇਰੇ ਪਾਰਟ 3 ਵਿੱਚ ਗੱਲ ਕਰਨੀ ਸੀਗੀ ਉਹ ਇਹ ਸੀਗੀ ਕਿ ਮਿਹਨਤ ਨਾਲ ਕਿੱਦਾਂ ਬੰਦਾ ਕਾਮਯਾਬ ਹੁੰਦਾ। ਹੁਣ ਮੈਂ ਆਪਣੀ ਅਤੇ ਆਪਣੇ ਫਾਦਰ ਸਾਹਿਬ ਦੀ ਗੱਲ ਕਰਨ ਲੱਗਾ। ਅੱਜ ਅਸੀਂ ਗਰੀਬੀ ਅੰਤਾਂ ਦੀ ਦੇਖੀ, ਇੱਦਾਂ ਦੀ ਗੱਲ ਨਹੀਂ ਕਿ ਆਪਾਂ ਗਰੀਬੀ ਦੇਖੀ ਨਹੀਂ। ਗਰੀਬੀ ਦੇਖੀ ਕਰਕੇ ਮੈਂ ਗਰੀਬੀ ਦਾ ਮਤਲਬ ਵੀ ਸਮਝਦਾ ਔਰ ਗਰੀਬੀ 'ਚੋਂ ਬਾਹਰ ਕਿੱਦਾਂ ਨਿਕਲਣਾ ਇਹ ਵੀ ਸਮਝਦਾ। ਗਰੀਬੀ 'ਚੋਂ ਬਾਹਰ ਕਿੱਦਾਂ ਨਿਕਲਣਾ ਇਹ ਆਪਣੇ ਮੈਂ ਡੈਡੀ ਜੀ ਪਿਤਾ ਜੀ ਤੋਂ ਸਮਝਿਆ ਸਿੱਖਿਆ। ਹੁਣ ਤੁਸੀਂ ਯਕੀਨ ਕਰਿਓ, ਜਦੋਂ ਛੋਟਾ ਸੀਗਾ ਨਾ ਸਾਡਾ ਕੱਚਾ ਘਰ ਸੀਗਾ, ਜਿੱਦਾਂ ਹਵੇਲੀ ਕਹਿੰਦੇ ਸੀ ਉਹਨੂੰ ਅਸੀਂ। ਉਹਦੇ ਵਿੱਚ ਹੀ ਪਸ਼ੂ ਹੁੰਦੇ ਸੀ, ਡੰਗਰ ਵੱਛਾ ਹੁੰਦਾ ਸੀਗਾ, ਵਿੱਚ ਹੀ ਅਸੀਂ ਰਹਿੰਦੇ ਸੀ। ਜਦੋਂ ਮੀਂਹ ਪੈਂਦਾ ਸੀ ਖਾਣ ਵਾਲੇ ਭਾਂਡੇ ਘੱਟ ਹੋ ਜਾਂਦੇ ਸੀ ਸਾਡੇ, ਅਸੀਂ ਥੱਲੇ ਭਾਂਡੇ ਰੱਖਦੇ ਹੁੰਦੇ ਸੀ। ਚੌਂਦਾ ਹੁੰਦਾ ਸੀ ਕਮਰਾ, ਇਸ ਕਰਕੇ ਛੱਤ ਚੌਂਦੀ ਹੁੰਦੀ ਸੀ। ਉਹ ਪੁਰਾਣਾ ਚੁੱਲ੍ਹਾ ਚੌਂਕਾ ਹੁੰਦਾ ਸੀ, ਉਹ ਪੁਰਾਣਾ ਬਾਥਰੂਮ ਹੁੰਦਾ ਸੀਗਾ ਖੁੱਲ੍ਹਾ ਜਿਹਾ, ਤਿੰਨ ਕੰਧਾਂ ਬਸ। ਬਲਦਾਂ ਨਾਲ ਖੇਤੀ ਕਰੀਦੀ ਸੀ। ਇੱਕ ਗੱਲ ਪੱਕੀ ਸੀ ਕਿ ਮੈਨੂੰ ਖੁਸ਼ੀ ਹੁੰਦੀ ਸੀ ਜਦੋਂ ਮੈਂ ਖੇਤਾਂ ਵਿੱਚ ਜਾ ਕੇ ਆਪਣੇ ਫਾਦਰ ਸਾਹਿਬ ਨਾਲ ਜਾ ਕੇ ਕੰਮ ਕਰਾਉਂਦਾ ਸੀ। ਮੈਨੂੰ ਦਿਲੋਂ ਖੁਸ਼ੀ ਹੁੰਦੀ ਸੀ। ਖੁਸ਼ੀ ਇਸ ਗੱਲ ਦੀ ਸੀ ਵੀ ਆਪਾਂ ਇਹ ਮਿਹਨਤ ਦੇ ਨਾਲ ਆਪਾਂ ਤਰੱਕੀ ਕਰਨੀ ਆ। ਜਿਹਨੂੰ ਵੀ ਅੱਜ ਦਿਖਦਾ ਹੋਊਗਾ ਕਿ ਸਾਡੇ ਕੋਲ ਪੈਸੇ ਆ ਜਾਂ ਸਾਡਾ ਸੈਟਅਪ ਵਧੀਆ ਆ, ਉਹਨੂੰ ਪਿੱਛੇ ਝਾਤ ਮਾਰਨੀ ਪੈਣੀ ਕਿ ਕਿਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਕੇ ਇੱਥੇ ਇਸ ਸਟੇਜ 'ਤੇ ਪਹੁੰਚੇ ਹਾਂ। ਜੇ ਅਸੀਂ ਪਹੁੰਚ ਸਕਦੇ ਹਾਂ ਤਾਂ ਤੁਸੀਂ ਵੀ ਪਹੁੰਚ ਸਕਦੇ, ਹਰ ਕੋਈ। ਇੱਕ ਬਹੁਤ ਜ਼ਰੂਰੀ ਜਿਹੜੀ ਗੱਲ ਉਹਦੇ ਵਿੱਚ ਇਹ ਨੋਟ ਕਰਨ ਵਾਲੀ ਆ, ਕਦੀ ਵੀ ਕਿਸੇ ਦੇ ਪੈਸੇ ਵੱਲ ਨਾ ਦੇਖੋ, ਕਦੀ ਵੀ ਕਿਸੇ ਦੀਆਂ ਪ੍ਰੋਪਰਟੀਆਂ ਵੱਲ ਨਾ ਦੇਖੋ। ਤੁਸੀਂ ਕਿਸੇ ਵੱਲ ਨੂੰ ਦੇਖੋਗੇ ਤਾਂ ਆਪਣਾ ਮਨ ਸਾੜੀ ਜਾਓਗੇ, ਆਪਣੇ ਆਪ ਨੂੰ ਦੁਖੀ ਕਰੀ ਜਾਓਗੇ, ਮਿਲਣਾ ਕੁਛ ਨਹੀਂ। ਐਂਡ 'ਤੇ ਇੱਥੋਂ ਇੱਕ ਦਿਨ ਆਪਾਂ ਸਾਰਿਆਂ ਨੇ ਚੱਲ ਜਾਣਾ। ਕੁਛ ਸਮਾਜ ਲਈ ਕਰ ਜਾਈਏ, ਕੁਛ ਆਪਣੇ ਇਲਾਕੇ ਲਈ ਕਰ ਜਾਈਏ, ਉਹਦੇ ਨਾਲ ਦੀ ਰੀਸ ਨਹੀਂ। ਮੈਂ ਸਵੇਰ ਨੂੰ 7 ਵਜੇ 6 ਵਜੇ ਸਕੂਲ ਚੱਲ ਜਾਂਦਾ ਸੀਗਾ। ਜੇ ਸਕੂਲ ਜਾਣ ਤੋਂ ਪਹਿਲਾਂ ਮੈਂ ਆਪਣੇ ਖੇਤਾਂ ਵਿੱਚੋਂ ਡੈਡੀ ਨੂੰ ਚਾਹ ਪਾਣੀ ਦੇ ਕੇ ਖੂਹ ਤੋਂ ਹੀ ਨਹਾ ਕੇ, ਮੈਂ ਆਪਣੇ ਮੋਟਰ ਤੋਂ ਹੀ ਨਹਾ ਕੇ ਉੱਥੋਂ ਤਿਆਰ ਹੋ ਕੇ ਸਕੂਲੇ ਚੱਲ ਜਾਣਾ। 3 ਵਜੇ ਛੁੱਟੀ ਹੋਣੀ ਤਾਂ ਸਿੱਧਾ ਮੈਂ ਰੋਟੀ ਲੈ ਖੂਹ 'ਤੇ ਆ ਜਾਣਾ। ਇੱਕ ਕੰਮ ਰੱਖਿਆ ਹੁੰਦਾ ਸੀ, ਨਾਲ ਮੇਰੇ ਫਾਦਰ ਸਾਹਿਬ ਸੀਗੇ। ਇਹੀ ਹਾਲ ਮੈਂ ਕਾਲਜ ਵਿੱਚ ਕਰਦਾ ਸੀ। ਤੁਸੀਂ ਯਕੀਨ ਕਰੋ, ਜਲੰਧਰ ਸਾਡੇ ਤੋਂ ਪਿੰਡ ਤੋਂ 15 ਕਿਲੋਮੀਟਰ ਦੂਰ ਆ। ਦੁਆਬਾ ਕਾਲਜ ਮੈਂ ਪੜ੍ਹਦਾ ਸੀਗਾ, 15 ਕਿਲੋਮੀਟਰ ਦੂਰ ਆ। ਮੈਂ ਪਹਿਲਾਂ 4 ਵਜੇ ਮੈਂ ਜਿੰਮ ਜਾਂਦਾ ਸੀ। 4 ਵਜੇ ਜਿੰਮ ਸਾਈਕਲ 'ਤੇ ਜਾਣਾ, ਜਿੰਮ ਤੋਂ ਵਾਪਸ ਸਾਈਕਲ 'ਤੇ ਆਉਣਾ। ਜਿੰਮ ਤੋਂ ਆ ਕੇ ਖੂਹ ਤੋਂ ਮੈਂ ਆਪਣੇ ਖੇਤਾਂ ਵਿੱਚ ਮੋਟਰ 'ਤੇ ਬੰਬੀ 'ਤੇ ਤਿਆਰ ਹੋ ਕੇ ਨਹਾ ਕੇ ਫਿਰ ਸਾਈਕਲ 'ਤੇ ਮੈਂ ਕਾਲਜ ਜਾਣਾ। 9 ਵਜੇ ਕਾਲਜ ਪਹੁੰਚਣਾ, 9:30 ਸਾਡੀ ਪਹਿਲੀ ਕਲਾਸ ਲੱਗਦੀ ਹੁੰਦੀ ਸੀ। ਕਾਲਜ ਪਹੁੰਚਣਾ, ਕਾਲਜ 1-2 ਵਜੇ ਛੁੱਟੀ ਜਦੋਂ ਹੋਣੀ, ਫਿਰ ਸਾਈਕਲ 'ਤੇ ਵਾਪਸ ਸਿੱਧਾ ਖੂਹ 'ਤੇ ਆ ਜਾਣਾ। ਮੇਰੇ ਆਉਣ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਨੇ, ਮੇਰੇ ਪਿਤਾ ਜੀ ਨੇ ਕੰਮ ਲਿਖੇ ਹੁੰਦੇ ਸੀ ਜਾਂ ਕੰਮ ਵੀ ਸੋਚੇ ਹੁੰਦੇ ਸੀ ਵੀ ਮੇਰੇ ਆਏ 'ਤੇ ਕੀ ਕੰਮ ਕਰਨੇ ਆ। ਉਹਨਾਂ ਦਿਨਾਂ ਵਿੱਚ ਸਾਰਾ ਕੁਛ ਹੱਥੀਂ ਹੁੰਦਾ ਸੀਗਾ। ਅਸੀਂ ਟਰੈਕਟਰ ਲਿਆਇਆ 1994 ਦੇ ਵਿੱਚ। 1994 ਤੋਂ ਪਹਿਲਾਂ ਆਪਾਂ ਬਲਦਾਂ ਨਾਲ ਹੀ ਖੇਤੀ ਕਰਦੇ ਸੀ। ਕੋਈ ਸੌਖਾ ਕੰਮ ਨਹੀਂ ਸੀਗਾ। ਗਰਮੀਆਂ ਵਿੱਚ ਪੱਠੇ ਵੱਢਣੇ, ਸਿਆਲਾਂ ਵਿੱਚ ਪੱਠੇ ਵੱਢਣੇ ਸਪੈਸ਼ਲੀ। ਜਦੋਂ ਕੋਰਾ ਪਿਆ ਹੁੰਦਾ ਸੀ ਨਾ, ਪਤਾ ਨਹੀਂ ਲੱਗਦਾ ਸੀ ਹੱਥ ਕਿੱਥੇ ਦਾਤੀ ਕਿੱਥੇ ਆ। ਕਿਤੇ ਹੱਥ ਵੱਢਿਆ ਜਾਣਾ ਠੰਡੇ ਹੋਏ ਹੱਥਾਂ ਦੇ, ਜੰਮੇ ਹੋਏ ਹੱਥਾਂ 'ਚ। ਉਸ ਵੇਲੇ ਪਤਾ ਲੱਗਣਾ ਜਦੋਂ ਖੂਨ ਦਿਸਣਾ ਪੱਠਿਆਂ ਵਿੱਚ, ਇਹ ਤਾਂ ਪਤਾ ਨਹੀਂ ਲੱਗਦਾ ਸੀ। ਰਹੀ ਗੱਲ ਮਿਹਨਤ ਵਾਲੀ,
ਜਿਹੜੇ ਮੇਰੇ ਪਿੰਡ ਵਾਲੇ, ਜਿਹੜੇ ਮੇਰੇ ਰਿਸ਼ਤੇਦਾਰ, ਉਹਨਾਂ ਨੂੰ ਪਤਾ ਆ ਮੇਰਾ ਕਿ ਮੈਂ ਸਾਡਾ ਕੰਮ, ਅਸੀਂ ਅਮਰੂਦ ਬੀਜੇ ਹੋਏ ਆ, ਅਮਰੂਦ ਸਾਡੇ ਲੱਗੇ ਹੋਏ, ਬਹੁਤ ਬਾਗ ਲੱਗਾ ਹੋਇਆ। ਪਹਿਲਾਂ ਉਹ ਠੇਕੇ ਦਿੰਦੇ ਹੁੰਦੇ ਸੀ, ਕਿ ਠੇਕੇ 'ਤੇ ਦਿੰਦੇ ਹੁੰਦੇ, ਉਹਨਾਂ ਦਿਨਾਂ ਦੇ ਵਿੱਚ 3000 ਰੁਪਈਆ ਮਿਲਦਾ ਹੁੰਦਾ ਠੇਕੇ ਦਾ, ਸਾਲ ਦਾ 3000 ਰੁਪਈਆ ਇੱਕ ਫਲ ਦਾ। ਸੌਰੀ, ਮੈਂ ਤਾਂ ਮੇਰੇ ਡੈਡੀ ਹੁਣੀ ਸਲਾਹ ਕੀਤੀ ਵੀ ਜਿਹੜਾ ਆਪਾਂ ਕਿਸੇ ਨੂੰ ਦੇਣਾ ਠੇਕੇ 'ਤੇ, ਉਹਦੇ ਨਾਲ ਆਪਾਂ ਆਪ ਵੇਚ ਕੇ ਜ਼ਿਆਦਾ ਪੈਸੇ ਕਮਾ ਸਕਦੇ। ਯਕੀਨ ਕਰੋ, ਮੈਂ ਨਾ, ਡੈਡੀ ਨੇ ਮੈਨੂੰ ਸਵੇਰੇ ਤਿਆਰ ਹੋ ਕਰਕੇ ਬਿਠਾ ਦੇਣਾ ਸੜਕ 'ਤੇ। ਸਾਡੀ ਸੜਕ 'ਤੇ ਜ਼ਮੀਨ ਹੈ, GT ਰੋਡ 'ਤੇ, ਜਲੰਧਰ ਅਤੇ ਪਠਾਨਕੋਟ ਹਾਈਵੇ 'ਤੇ। ਉੱਥੇ ਮੈਂ ਅਮਰੂਦ ਵੇਚਣੇ ਸਾਰਾ ਦਿਨ। ਉਹਨਾਂ ਦਿਨਾਂ ਵਿੱਚ ਮੈਂ ਗੱਲ ਕਰ ਰਿਹਾ 85 ਦੇ ਦੌਰ ਦੀ, 85 ਤੋਂ ਲੈ ਕੇ 95 ਤਾਈਂ। ਉਹਨਾਂ ਦਿਨਾਂ ਦੇ ਵਿੱਚ ਅਮਰੂਦ ਵੇਚਦਾ ਹੁੰਦਾ ਸੀਗਾ। ਦਿਹਾੜੀ ਦਾ ਮੈਂ ਇੱਕ ਦਿਨ ਦਾ ਮੈਂ ਗੱਲ ਕਰਾਂ ਤਾਂ ਮੈਂ ਇੱਕ ਦਿਨ ਦੇ ਕਈ ਵਾਰੀ 1000 ਰੁਪਏ ਦੇ ਅਮਰੂਦ ਵੇਚ ਲੈਂਦਾ ਸੀ। ਉਹਨਾਂ ਦਿਨਾਂ ਦੇ ਵਿੱਚ ਬਹੁਤ ਹੁੰਦਾ ਸੀ 1000 ਰੁਪਈਆ। ਇੱਕ ਤਾਂ ਮੈਨੂੰ ਇਹ ਹੁੰਦਾ ਸੀ ਕਿ ਸਾਡੇ ਫਿਰ ਘਰ ਦਾ ਖਰਚਾ ਚੱਲਦਾ। ਦੂਸਰਾ ਇਹ ਹੁੰਦਾ ਸੀਗਾ ਕਿ ਮੈਨੂੰ ਸਵੇਰ ਨੂੰ ਜਾਣ ਲੱਗੇ ਸਕੂਲੇ 5-10 ਰੁਪਏ ਮਿਲ ਜਾਂਦੇ ਸੀ ਡੈਡੀ ਕੋਲ। ਜੇ ਮੈਂ 1000 ਰੁਪਈਆ ਕਮਾਇਆ ਤਾਂ ਮੈਨੂੰ ਡੈਡੀ ਨੇ 10 ਪਾਉਂਡ ਦੇ ਦੇਣੇ, 10 ਰੁਪਈਏ ਸੌਰੀ, ਪਾਉਂਡ ਤਾਂ ਇੱਥੇ ਆ ਕੇ ਦੇਖੇ ਭਰਾਵਾ। ਬਹੁਤ ਵਧੀਆ ਗੱਲ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਸਾਰੇ ਇੱਕ ਦੂਸਰੇ ਨਾਲ ਪਿਆਰ ਕਰਦੇ ਸੀਗੇ, ਸਾਰੇ ਇੱਕ ਦੂਸਰੇ ਦੇ ਕਹੇ 'ਤੇ ਆ ਜਾਂਦੇ ਹੁੰਦੇ ਸੀ। ਚਾਹੇ ਉਹ ਮੇਰੇ ਚਾਚੇ ਤਾਏ ਹੋਣ, ਚਾਹੇ ਚਾਚੇ ਤਾਏ ਦੇ ਮੁੰਡੇ ਹੋਣ, ਚਾਹੇ ਭੂਆ ਦੇ ਨਿਆਣੇ ਹੋਣ, ਮਾਮੇ ਹੋਣ, ਕੋਈ ਵੀ ਕਦੀ ਕੰਮ ਪਿਆ ਆਪਾਂ ਉਹਨਾਂ ਤੋਂ ਹੈਲਪ ਮੰਗ ਲਈਦੀ ਸੀ। ਚਾਹੇ ਉਹ ਪੈਸਿਆਂ ਦੀ ਗੱਲ ਹੋਵੇ, ਚਾਹੇ ਕਿਸੇ ਹੋਰ ਤਰ੍ਹਾਂ ਦੀ ਗੱਲ ਹੋਵੇ। ਪੱਠੇ ਵੱਢਣ ਦੀ ਗੱਲ ਦੱਸਣ ਲੱਗਾ ਇੱਕ ਤੁਹਾਨੂੰ ਮੈਂ। ਉਦੋਂ ਅਸੀਂ ਜਦੋਂ ਪੱਠੇ ਸ਼ਹਿਰ ਸਿੱਟੀ ਦੇ ਸੀ ਨਾ, ਬਾਜਰਾ ਜਾਂ ਗਾਚਾ, ਆਪ ਹੀ ਵੱਢੀ ਦੇ ਹੁੰਦੇ ਸੀ, ਆਪ ਹੀ ਵੱਢੀ ਦੇ ਸੀਗੇ। ਵੱਢ ਕੇ ਲੱਦਣੇ, ਸਵੇਰੇ 4 ਵਜੇ ਫਿਰ ਟਰਾਲੀ ਲੈ ਕੇ ਜਾਣਾ ਜਲੰਧਰ ਨੂੰ, ਵੇਚ ਕੇ ਵਾਪਸ ਆਉਣਾ, ਫਿਰ ਆ ਕੇ ਤਿਆਰ ਹੋ ਕੇ ਸਕੂਲੇ ਜਾਂ ਕਾਲਜ ਜਾਣਾ। ਪਰ ਕਦੀ ਇਹ ਨਹੀਂ ਮੰਨਿਆ ਸੀਗਾ ਕਿ ਥੱਕ ਕੇ ਜਾਂ ਅਸੀਂ ਟੁੱਟ ਗਏ ਹੋਏ, ਜਾਂ ਗਰਮੀ ਲੱਗਦੀ ਹੋਏ, ਜਾਂ ਠੰਡ ਲੱਗਦੀ ਹੋਏ। ਇਸ ਕਰਕੇ ਨਹੀਂ ਮੰਨਿਆ ਸੀਗਾ ਕਿ ਇੱਕ ਸੋਚ ਸੀਗੀ ਛੋਟੇ ਹੁੰਦੇ ਦੀ ਕਿ ਜ਼ਿੰਦਗੀ ਵਿੱਚ ਤਰੱਕੀ ਕਰਨੀ ਆ। ਜਿਹੜੇ ਸਮਾਜ 'ਚ ਅਸੀਂ ਜੰਮੇ ਆ ਉਹਦੀ ਹੈਲਪ ਜ਼ਰੂਰ ਕਰਨੀ ਜਦੋਂ ਸਾਡੇ ਕੋਲ ਮੌਕਾ ਆਇਆ, ਔਰ ਕਰ ਵੀ ਰਿਹਾ, ਕਰ ਵੀ ਜਾਣੀ ਆ। ਇੱਥੇ ਫੇਰ ਕਦਮਾਂ ਕਿ ਇੱਕ ਆਸਰਾ ਤੱਕਿਆ ਹਮੇਸ਼ਾ ਹੀ, ਇੱਕ ਰੱਬ ਨੂੰ ਪੂਜਿਆ। ਉਹ ਰੱਬ ਹੈਗਾ ਮੇਰਾ ਸਤਿਗੁਰੂ ਰਵਿਦਾਸ ਜੀ ਮਹਾਰਾਜ, ਜਾਂ ਸੰਤ ਸਰਵਨਦਾਸ ਜੀ ਮਹਾਰਾਜ ਬੱਲਾਂ ਵਾਲੇ, ਜਿਨ੍ਹਾਂ ਨੂੰ ਮੈਂ ਸ਼ੁਰੂ ਤੋਂ ਮੰਨਦਾ, ਜਿਨ੍ਹਾਂ ਦੀ ਮੈਂ ਜਦੋਂ ਵੀ ਅਰਦਾਸ ਕਰਦਾ ਉਹਨਾਂ ਨੂੰ ਕਰਦਾ, ਔਰ ਉਹ ਅਰਦਾਸ ਮੇਰੀ ਸੁਣਦੇ ਵੀ ਹਮੇਸ਼ਾ ਹੀ। ਇੱਥੇ ਇੰਨੀ ਗੱਲ ਮੈਂ ਸਾਰਿਆਂ ਨੂੰ ਫੇਰ ਕਹਿੰਦਾ, ਪੜ੍ਹਨਾ ਵੀ ਜ਼ਰੂਰੀ ਆ, ਮਿਹਨਤ ਵੀ ਕਰਨੀ ਜ਼ਰੂਰੀ ਆ। ਤੁਹਾਡੀ ਪੜ੍ਹਾਈ ਅਤੇ ਮਿਹਨਤ ਜਦੋਂ ਰਲ ਜਾਂਦੀ ਆ ਤਾਂ ਜ਼ਿੰਦਗੀ ਅਸਮਾਨ ਛੂਹ ਜਾਂਦੀ। ਫਿਰ ਇਹੀ ਗੱਲ ਹੈਗੀ ਆ ਧਾਰਮਿਕ ਸਿਸਟਮ ਦੀ। ਸਪਿਰਿਚੁਅਲਿਟੀ ਅਤੇ ਜਦੋਂ ਐਜੂਕੇਸ਼ਨ ਦੋਨੇ ਰਲਦੇ, ਐਜੂਕੇਸ਼ਨ ਅਤੇ ਸਪਿਰਿਚੁਅਲਿਟੀ, ਐਜੂਕੇਸ਼ਨ ਐਂਡ ਹਾਰਡ ਵਰਕ, ਜਦੋਂ ਤਿੰਨ ਚੀਜ਼ਾਂ ਰਲ ਜਾਂਦੀਆਂ ਨਾ ਤਾਂ ਤੁਹਾਨੂੰ ਦੁਨੀਆ 'ਚ ਕੋਈ ਹਰਾ ਨਹੀਂ ਸਕਦਾ, ਕੋਈ ਵੀ ਹੋਵੇ। ਫਿਰ ਧਰਮਾਂ ਬਾਰੇ, ਮਿਹਨਤ ਬਾਰੇ, ਸਾਰੀ ਚੀਜ਼ ਮੋਸਟਲੀ ਮੈਂ ਆਪਣੇ ਪਿਤਾ ਜੀ ਕੋਲੋਂ ਸਿੱਖਿਆ ਜਾਂ ਆਪਣੀ ਮਾਤਾ ਕੋਲੋਂ ਸਿੱਖਿਆ। ਮੇਰੀ ਮਾਤਾ ਨੇ ਬਹੁਤ ਮਿਹਨਤ ਕੀਤੀ, ਬਹੁਤ ਜ਼ਿਆਦਾ, ਥੋੜ੍ਹੀ ਨਹੀਂ। ਇੱਕ ਗੱਲ ਪੱਕੀ ਆ, ਜੋ ਸਾਡੇ ਮਾਤਾ ਪਿਤਾ ਨੇ ਕਰ ਲਿਆ ਅਸੀਂ ਨਹੀਂ ਕਰ ਸਕੇ, ਜੋ ਅਸੀਂ ਕਰ ਲੈਣਾ ਉਹ ਸਾਡੇ ਆਉਣ ਵਾਲੀ ਸੰਤਾਨ ਨੇ ਨਹੀਂ ਕਰ ਸਕਣਾ, ਕਿਉਂਕਿ ਟਾਈਮ ਬਦਲ ਹੀ ਜਾਂਦਾ ਗਾਂਹ ਤੋਂ। ਇੱਕ ਥੋੜ੍ਹੀ ਜਿਹੀ ਗੱਲ ਯਾਦ ਕਰਾਵਾਂ, ਅੱਜ ਤਾਂ ਫੋਨ ਹੈਗੇ, ਆਪਾਂ ਹਰ ਕਿਸੇ ਨਾਲ ਗੱਲ ਕਰ ਸਕਦੇ ਹਾਂ। ਉਹਨਾਂ ਦਿਨਾਂ ਵਿੱਚ ਚਿੱਠੀਆਂ ਹੁੰਦੀਆਂ ਸੀਗੀਆਂ। ਮੇਰੇ ਭੂਆ ਜੀ ਬਾਹਰ ਸੀਗੇ, ਮੇਰੇ ਮਾਸੀ ਜੀ ਬਾਹਰ ਸੀਗੇ ਇੰਗਲੈਂਡ ਵਿੱਚ।
ਅਸੀਂ ਉਹਨਾਂ ਦੀ ਚਿੱਠੀ ਉਡੀਕਦੇ ਰਹਿਣਾ। ਜਦੋਂ ਵੀ ਜਿੱਥੇ ਚਿੱਠੀ ਆਉਣੀ ਚਾਅ ਚੜ੍ਹ ਜਾਣਾ। ਨਾਲ ਦੂਸਰੀ ਗੱਲ ਇਹ ਸੀਗੀ ਚਿੱਠੀ ਨੂੰ 10-10 20-20 ਵਾਰੀ ਪੜ੍ਹਨਾ ਬੈਠ ਕੇ ਸਾਰਿਆਂ ਨੇ। ਇਹ ਨਜ਼ਾਰਾ ਸੀ ਉਸ ਟਾਈਮ ਦੇ ਚਿੱਠੀਆਂ ਦਾ। ਹੁਣ ਤਾਂ ਫੋਨ ਜਿੱਦਾਂ ਜਿੱਦਾਂ ਟੈਕਨੋਲੋਜੀ ਆਈ ਜਾਂਦੀ ਆ ਅਸੀਂ ਇੱਕ ਦੂਜੇ ਨੂੰ ਭੁੱਲੀ ਜਾਂਦੇ ਬਸ। ਸੋ ਇੰਨੀ ਗੱਲ ਮੈਂ ਕਹਿਣੀ ਸੀਗੀ ਕਿ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਹਾਰ ਨਾ ਮੰਨੋ। ਕਦੀ ਇਹ ਨਾ ਦੇਖੋ ਕਿ ਦੂਸਰੇ ਕੋ ਕੀ ਆ। ਤੁਸੀਂ ਇਹ ਦੇਖੋ ਤੁਸੀਂ ਜੋ ਤੁਹਾਡੇ ਹੱਥ ਵਿੱਚ ਉਹਨੂੰ ਵਧੀਆ ਕਿੱਦਾਂ ਬਣਾਉਣਾ। ਸਾਡੇ ਹੱਥ ਵਿੱਚ ਸਾਡੀ ਆਪਣੀ ਜ਼ਿੰਦਗੀ ਆ, ਇਹਨੂੰ ਅਸੀਂ ਵਧੀਆ ਬਣਾ ਸਕਦੇ ਜਿੰਨਾ ਚਾਹੀਏ। ਸੋ ਮੇਰੀ ਇੰਨੀ ਬੇਨਤੀ ਕਬੂਲ ਕਰਿਓ। ਆਪਣੇ ਕੋਲ ਆਹੀ ਲਾਈਫ ਹੈ, ਇਹਨੂੰ ਵਧੀਆ ਬਣਾ ਲਓ। ਧੋਖਾਧੜੀ ਤੋਂ ਬਚੋ। ਆਪਣੀ ਲਾਈਫ ਨੂੰ ਵਧੀਆ ਬਣਾ ਕੇ ਆਪਣੀ ਲਾਈਫ ਵਿੱਚ ਕੁਛ ਕਰ ਜਾਓ ਕਿ ਆਉਣ ਵਾਲਾ ਜਿਹੜਾ ਸਮਾਂ ਆਉਣ ਵਾਲਾ ਜਿਹੜਾ ਜ਼ਮਾਨਾ ਹੈ ਉਹ ਤੁਹਾਨੂੰ ਯਾਦ ਰੱਖੇ। ਥੈਂਕ ਯੂ ਤੁਹਾਡਾ ਮੈਨੂੰ ਸੁਣਨ ਦੇ ਲਈ ਫਿਰ ਇੱਕ ਵਾਰੀ। ਥੈਂਕ ਯੂ ਵੈਰੀ ਮੱਚ।